ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਚਲਨ ਪੁਜੀ ਸੀਤਲ ਹੋ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਚਲਨ ਪੁਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ
जहाँ कोई न जाए जियो। अमृत बाणी हर हर तेरी, अमृत बाणी हर हर तेरी। दया तारी तिन सिरजनहारे, जी जंत सगले प्रतिपारे। मेहरबान कृपाल दयाला, सगले तृप्त अगाए जियो। सगले तृप्त अगाए जियो। सगले तृप्त अगाए जियो। अमृत बाणी हर हर तेरी, अमृत बाणी हर हर तेरी। वाण तृप्ति पवन कीर्तन हरिया, कर्णहार खिन भीतर करया। गुरमुख नानक तिसे आराते, मन की आस पुजाए जियो। मन की आस पुजाए जियो। मन की आस पुजाए जियो। अमृत बाणी हर हर तेरी, अमृत बाणी हर हर तेरी। अमृत बाणी हर हर तेरी, सुन सुन होवे परम गत मेरी। बाणी गुरु गुरु है बाणी, विच बाणी अमृत सारी। गुरबाणी कहे सेवक जन मानै, पर तक गुरु निस्तारे। आवो सिख सतगुरु के प्यारे, गावो सच्ची बाणी। बाणी ता गावो गुरु केरी, बाणिया सिर बाणी। जिनको नदर करम होवे, हृदय तिना समाणी। पीवो अमृत सदा रहो हर रंग, जपे हो सारंग पाणी। कहे नानक सदा गावो ए सच्ची बाणी। सतगुर की बाणी सत स्वरूप है, गुरबाणी बड़ी है। तुर की बाणी आई, तिन सगली चिंत मिटाई। तिन सगली चिंत मिटाई। सुन सुन होवे परम गत मेरी। सुन सुन होवे परम गत मेरी। अमृत बाणी हर हर तेरी,
हर हर तेरी। वाहिगुरु। शब्द गुरु चवर तखत छत्र दे मालिक, ज्ञान दे महासागर सतगुरु। जुगो जुग अटल सर्ब सांझी वालता दे प्रतीक, समुची मानवता दे कल्याणकारी सतगुरु। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੇ ਸੰਬੰਧ ਵਿੱਚ ਸਤਿਗੁਰਾਂ ਦੇ ਚਰਨ ਪਰਸ ਰਹੇ ਸਨਮਾਨਯੋਗ ਸਤ ਸੰਗੀ ਜਨੋ, ਜਿੰਨੇ ਸਰੀਰ ਬੈਠੇ ਆ, ਕਿਸੇ ਦੀ ਜ਼ੁਬਾਨ ਵੀ ਵਾਂਝੀ ਨਾ ਰਹਿ ਜਾਏ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਆਂ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦੁਨੀਆ ਦੀ ਤਾਕਤ, ਦੁਨੀਆ ਦਾ ਗਿਆਨ, ਦੁਨੀਆ ਦਾ ਪੈਸਾ ਬਹੁਤ ਸਾਰੀਆਂ ਚਿੰਤਾਂ ਦਾ ਹੱਲ ਕਰ ਸਕਦਾ ਹੈ, ਪਰ ਜੇ ਕਹਿ ਲਈਏ ਕਿ ਪੂਰਨ ਤੌਰ ਤੇ ਚਿੰਤਾਵਾਂ ਨੂੰ ਨੱਥ ਪਾ ਲਵੇ, ਮੁਸ਼ਕਲ ਹੈ। ਔਰ ਪੂਰਨ ਤੌਰ ਤੇ ਜੇ ਕਿਸੇ ਚਿੰਤਾ ਨੂੰ ਨੱਥ ਪਾਉਣੀ ਹੈ ਤੇ ਫਿਰ ਚਾਰ ਧਾਰਾਂ ਬਚਦੀਆਂ ਨੇ, ਜਿਨ੍ਹਾਂ ਤੇ ਮੁਕੰਮਲ ਤੌਰ ਤੇ ਮਨੁੱਖ ਨੂੰ ਸਫਲ ਹੋਣਾ ਜ਼ਰੂਰੀ। ਉਹ ਪਹਿਲੀ ਹੈ ਧਾਰਮਿਕ, ਦੂਸਰੀ ਹੈ ਰਾਜਨੀਤਿਕ, ਤੀਸਰੀ ਹੈ ਸਮਾਜਿਕ ਤੇ ਚੌਥੀ ਹੈ ਆਰਥਿਕ, ਕਿਰਤ ਰੋਜੀ ਰੋਟੀ। ਔਰ ਇਹਨਾਂ ਨੂੰ ਚਿੰਤਾਵਾਂ ਜਿਹੜੀਆਂ ਨੇ ਚਾਰੇ ਪੱਖ ਤੋਂ ਮਨੁੱਖ ਲਈ ਖੜੀਆਂ ਨੇ। ਇੱਕ ਮੈਂ ਸੇਵਾਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਬੱਚੇ ਰੌਲਾ ਪਾਉਂਦੇ ਆ ਨਾ, ਇਹਨਾਂ ਨੂੰ ਜ਼ਰੂਰ ਬੰਦੇ ਦੇ ਪੁੱਤ ਬਣਾਓ, ਅੰਦਰ ਬਿਠਾਓ ਲਿਆ ਕੇ ਨਾ। ਉਨੀ ਆਵਾਜ਼ ਮੇਰੀ ਨਹੀਂ ਜਿੰਨੀ ਇਹਨਾਂ ਦੀ। ਔਰ ਸੇਵਾਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ, ਸੇਵਾ ਜ਼ਰੂਰ ਕਰੋ, ਪਰ ਰੌਲਾ ਪਾ ਕੇ ਨਹੀਂ, ਬਿਨਾਂ ਰੌਲੇ ਤੋਂ ਵੀ ਹੋ ਸਕਦੀ। ਇਕਾਗਰਤਾ ਬਖਸ਼ਿਆ ਜੀ। ਇਹ ਬਾਬੇ ਬੁੱਢੇ ਭੈਣੋ ਤਾਂ ਬਣਨੇ ਨੇ ਜੇ ਕੋਲ ਲੈ ਕੇ ਬੈਠੋਗੀ। ਸਕੂਲੇ ਕੁੱਟ ਕੇ ਬਿਠਾਉਂਦੀਆਂ ਨਾ ਵੀ ਪੜ੍ਹਨਾ ਪੈਣਾ, ਇੱਥੇ ਵੀ ਬਿਠਾਓ। ਨਹੀਂ ਬਹਿੰਦੇ ਦੂਜੀ ਤਰ੍ਹਾਂ ਬਿਠਾਓ, ਬੈਠਣਗੇ। ਸਗਲੀ ਚਿੰਤ ਮਿਟਾਈ। ਸੰਸਾਰ 'ਚ ਕੀ ਵਾਪਰ ਰਿਹਾ, ਅੱਜ ਕੀ ਵਾਪਰਦਾ ਪਿਆ? ਜੇ ਮੈਂ ਧਾਰਮਿਕ ਪੱਖ ਤੋਂ ਵੇਖਾਂ ਤਾਂ ਖਿਮਾ ਕਰ ਦਿਆ, ਜੇ ਮੰਦਰ, ਗੁਰਦੁਆਰੇ, ਮਸਜਿਦ, ਚਰਚ, ਧਾਰਮਿਕ ਪੱਖ ਤੋਂ ਜਿੰਨੇ ਵੀ ਅਦਾਰੇ, ਮੈਂ ਸਾਰੇ ਨਹੀਂ ਕਹਿ ਸਕਦਾ, ਬਹੁ ਗਿਣਤੀ ਕਮਾਈ ਦਾ ਸਾਧਨ ਬਣ ਗਏ। ਧਾਰਮਿਕ ਬੰਦਿਆਂ ਨੂੰ ਵੇਖੋ, ਪਖੰਡ ਰਹਿ ਗਿਆ, ਧਰਮ ਖੰਭ ਲਾ ਕੇ ਉੱਡ ਗਏ। ਜੇ ਰਾਜਨੀਤੀ ਵੇਖਦਾ ਹੈ, ਉਲਟੀ ਵੜ ਖੇਤ ਕੋ ਖਾਈ। ਜਿਹੜਾ ਡੀਸੀ, ਜਿਹੜਾ ਪੁਲਿਸ ਅਫਸਰ ਤੁਹਾਡੇ ਟੈਕਸਾਂ ਤੇ ਤੁਹਾਡੀ ਰਾਖੀ ਲਈ ਲਾਇਆ, ਉਹੀ ਤੁਹਾਨੂੰ ਲੁੱਟਣ ਤੇ ਲੱਗਾ ਹੋਇਆ। ਜੇ ਕੋਈ ਮੰਤਰੀ ਸਹੁੰ ਖਾਂਦਾ, ਉਹਦਾ ਵੀ ਵੇਖ ਲਓ ਹਾਲ ਉਹੀ। ਜੇ ਮੈਂ ਸਮਾਜਿਕ ਪੱਖ ਵੇਖਣਾ ਤਾਂ ਘਰ ਤੋਂ ਹੀ ਕਲੇਸ਼ ਸ਼ੁਰੂ ਹੋ ਜਾਂਦਾ। ਜਿਹੜੀ ਧੀ ਸੀ ਉਹ ਨੂੰਹ ਬਣ ਗਈ, ਜਿੰਨੇ ਮਾਂ ਬਣਨਾ ਸੀ ਉਹ ਸੱਸ ਬਣ ਗਈ, ਜਿੰਨੇ ਪੁੱਤ ਬਣਨਾ ਸੀ ਉਹ ਜਵਾਈ ਬਣ ਗਿਆ, ਜਿੰਨੇ ਭਰਾ ਬਣਨਾ ਸੀ ਉਹ ਸ਼ਰੀਕ ਬਣ ਗਿਆ, ਜਿੰਨੇ ਸੇਵਕ ਬਣਨਾ ਸੀ ਉਹ ਕੁੜਮ ਬਣ ਗਿਆ। ਇੱਕ ਦੂਜੇ ਨੂੰ ਨੀਵਾਂ ਵਿਖਾਉਣ ਤੇ ਲੱਗੇ। ਉਸ ਘਰ ਦੀ ਲੱਗੀ ਹੋਈ ਈਰਖਾ ਦੀ ਅੱਗ ਜਦੋਂ ਬਾਹਰ ਨਿਕਲੀ, ਉਹਨੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਪੈਦਾ ਕੀਤੇ। 550 ਸਾਲ ਪਹਿਲਾਂ ਪਿੱਛੇ ਚਲੇ ਜਾਓ। ਅੱਜ ਕੀ? ਅੱਜ ਉਹ ਈਰਖਾ ਸਾਡੇ ਘਰਾਂ 'ਚ ਵੀ ਵੜ ਗਈ।
ਕਦੇ ਆਖਦੇ ਸੀ ਇਹ ਪਰਿਵਾਰ ਫੁਲਵਾੜੀ ਹੈ, ਤਾਏ ਨੇ, ਚਾਚੇ ਨੇ, ਮਾਮੇ ਨੇ, ਮਾਸੜ ਨੇ। ਈਰਖਾ ਦੀ ਅੱਗ ਨੇ ਕਹਿਤਾ ਨਹੀਂ, ਇਹ ਸ਼ਰੀਕ ਨੇ। ਈਰਖਾ ਦੀ ਅੱਗ ਕਰਕੇ ਸ਼ਰੀਕ ਬਣ ਗਏ। ਤੇ ਜੇ ਅੱਜ ਵੇਖੋ ਤੇ ਕਦੇ ਕਹਿੰਦੇ ਸੀ ਇਹ ਨਿਹੰਗ ਸਿੰਘ ਨੇ, ਇਹ ਅਕਾਲੀ ਨੇ, ਇਹ ਭਾਈ ਸਾਬੀਏ ਨੇ, ਇਹ ਨਾਨਕ ਸਰੀਏ ਨੇ। ਕੌਣ ਨੇ? ਗੁਰੂ ਨਾਨਕ ਦੀ ਫੁਲਵਾੜੀ ਦੇ ਫੁੱਲ ਨੇ। ਪਰ ਅੱਜ ਈਰਖਾ ਨੇ ਕੀ ਕਰ ਦਿੱਤਾ? ਇੱਕ ਦੂਜੇ ਦੀਆਂ ਪੱਗਾਂ ਲਾਉਣ ਤੇ ਲੱਗੇ ਹੋਏ। ਇਹ ਹਾਲਾਤ 550 ਸਾਲ ਪਹਿਲਾਂ ਵੀ ਬਣੇ। ਧਰਤੀ ਪੁਰਲਾ ਉੱਠੀ, ਪਰਮਾਤਮਾ ਮੇਰੇ ਕੋ ਇਹਨਾਂ ਦਾ ਭਾਰ ਨਹੀਂ ਝੱਲਿਆ ਜਾਂਦਾ। ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ, ਪਰ ਗਏ ਨਹੀਂ। ਗੁਰੂ ਨਾਨਕ ਕੋਈ ਸਰੀਰ ਨਹੀਂ ਸੀ, ਸ਼ਬਦ ਸੀ, ਜੋਤ ਸੀ। ਜੇ ਸਰੀਰ ਹੁੰਦਾ ਤੇ ਰਾਵੀ ਦੇ ਕੰਢੇ ਤੇ ਲੱਭ ਜਾਂਦਾ। ਚਾਦਰ ਪਾੜ ਕੇ ਦੱਬ ਦਿੱਤੀ, ਰਾਵੀ ਰਾਤ ਨੂੰ ਚਾਦਰਾਂ ਵੀ ਰੋੜ ਕੇ ਲੈ ਗਈ, ਕਬਰਾਂ ਵੀ ਤੇ ਮੰਦਰ ਬਣਾਏ ਵੀ ਰੋੜ ਦਿੱਤੇ। ਗੁਰੂ ਨਾਨਕ ਤੁਹਾਡੀਆਂ ਇਹਨਾਂ ਕਿਰਿਆਵਾਂ 'ਚ ਫਸਿਆ ਨਹੀਂ ਹੋਇਆ। ਸ਼ਬਦ ਸਰੂਪ ਹੈ, ਜੋਤੀ ਸਰੂਪ ਹੈ। ਸਤਿਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ, ਧਰਤੀ ਨੇ ਪੁਕਾਰਿਆ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਹੁਣ ਆ ਜਿਹੜੀ ਬਿਮਾਰੀ ਬੜੀ ਹੋਈ ਹੈ ਵੀ ਧਾਰਮਿਕ ਅਦਾਰਿਆਂ 'ਚ, ਰਾਜਨੀਤਿਕ ਅਦਾਰਿਆਂ 'ਚ, ਸਮਾਜਿਕ ਅਦਾਰਿਆਂ 'ਚ, ਆਰਥਿਕ ਪੱਖ ਤੋਂ ਬੰਦਾ ਖੋਣ ਤੇ ਲੱਗਾ ਹੋਇਆ ਇੱਕ ਦੂਜੇ ਤੋਂ। ਤੇ ਬਾਬਾ ਦੇਖੇ ਧਿਆਨ ਧਰ, ਇਸ ਬਿਮਾਰੀ ਦਾ ਹੱਲ ਕੀ ਹੈ? ਮਹਾਰਾਜ ਜੀ ਕਹਿੰਦੇ ਜੇ ਪੁੱਤ ਪਿਓ ਦੇ ਗਲ ਪੈ ਰਿਹਾ ਨੇ, ਇਹ ਮੂਰਖ ਹੋ ਗਿਆ, ਇਹਨੂੰ ਗਿਆਨ ਦੀ ਲੋੜ। ਜੇ ਭਰਾ ਭਰਾ ਨੂੰ ਸ਼ਰੀਕ ਕਹਿ ਰਿਹਾ, ਇਹਦੀ ਮੂਰਖਤਾਈ ਹੈ, ਗਿਆਨ ਦੀ ਲੋੜ। ਜੇ ਸੱਸ ਜਿਹੜੀ ਸੀ, ਮਾਂ ਸੱਸ ਬਣ ਗਈ ਹੈ, ਧੀ ਨੂੰਹ ਬਣ ਗਈ ਹੈ, ਇਹਨਾਂ ਦੀ ਮੂਰਖਤਾਈ ਦੇ ਕਾਰਨ ਹੈ। ਇਹ ਤੇ ਧੀ ਤੇ ਮਾਂ ਦਾ ਰਿਸ਼ਤਾ ਸੀ, ਬਦਲ ਗਿਆ। ਮੂਰਖਤਾਈ ਕਰਕੇ ਬਦਲਿਆ, ਸਿਆਣਪ ਨਿਕਲ ਗਈ। ਸਿਆਣਪ ਕਿੱਥੋਂ ਮਿਲਣੀ? ਕਿਸੇ ਕਿਤਾਬ ਵਿੱਚੋਂ, ਕਿਸੇ ਸ਼ਬਦ ਵਿੱਚੋਂ, ਕਿਸੇ ਪੋਥੀ ਵਿੱਚੋਂ। ਤੇ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਉਸ ਗਿਆਨ ਨੂੰ ਇੱਕ ਓੰਕਾਰ ਆਖਿਆ, ਉਹਨੂੰ ਨਾਮ ਆਖਿਆ, ਉਹਨੂੰ ਸ਼ਬਦ ਆਖਿਆ, ਉਹਨੂੰ ਧੁਰ ਕੀ ਬਾਣੀ ਆਖਿਆ। ਉਸ ਸ਼ਬਦ ਨੂੰ ਸਿੱਖ ਸੱਭਿਆਚਾਰ ਦੇ ਮਾਲਾ ਦੇ ਵਿੱਚ ਪਰੋ ਕੇ ਸਾਹਿਬ ਜੀ ਨੇ ਗਾਉਣਾ ਸ਼ੁਰੂ ਕੀਤਾ। 4 ਉਦਾਸੀਆਂ 'ਚ ਗਾਇਆ, ਧਾਰਮਿਕ ਅਦਾਰਿਆਂ ਤੇ ਗਏ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਹਿੰਦੇ ਜੇ ਬਾਣਾ ਧਰਮ ਦਾ ਪਾਇਆ ਤੇ ਕੰਮ ਵੀ ਧਰਮ ਦੇ ਕਰੋ, ਪਖੰਡ ਕਾਦੇ ਤੋਂ ਕਰਦੇ? ਸ਼ਕਲ ਮੋਮਨਾ ਦੀ, ਕੰਮ ਕਾਫਰਾਂ ਦੇ ਕਿਉਂ? ਉਹ ਜਿਹੜੇ ਠੱਗ ਸੀ ਸੱਜਣ ਬਣੇ, ਜਿਹੜੀਆਂ ਲੁੱਟਾਂ ਖੋਵਾਂ ਦੀਆਂ ਉਹ ਕਤਲਗਾਹਾਂ ਸਨ। ਧਰਮਸ਼ਾਲ ਗੁਰਦੁਆਰੇ ਬਣ ਗਏ, ਉੱਥੇ ਪੜ੍ਹਾਈ ਸ਼ੁਰੂ ਹੋ ਗਈ। ਬਾਬਰ ਨੂੰ ਜਾਬਰ ਆਖਿਆ, ਤੇਰਾ ਕੰਮ ਸੀ ਪ੍ਰਜਾ ਦਾ ਇਨਸਾਫ ਕਰਨਾ, ਤੂੰ ਰਾਜ ਕਰਨ ਨੂੰ ਤਾਂ ਹੱਕ ਸਮਝਦਾ, ਮੇਰੀਆਂ ਪੁਸ਼ਤਾਂ ਕਰਨ, ਇਨਸਾਫ ਤੇਰਾ ਪਿਓ ਕਰੂ। ਇਹ ਜਦੋਂ ਗੱਲਾਂ ਬਾਬਰ ਦੇ ਕੰਨਾਂ 'ਚ ਵੱਜੀਆਂ, ਅੰਦਰੋਂ ਹਿੱਲ ਗਿਆ ਵੀ ਗੱਲ ਤਾਂ ਠੀਕ ਹੈ, ਵੀ ਰਾਜ ਕਰਨ ਨੂੰ ਰੋਈ ਜਾਂਦਾ ਹੈ, ਹੱਕ ਇਨਸਾਫ ਕੌਣ ਕਰੂ ਇਹਨਾਂ ਦੇ ਨਾਲ? ਬਾਬਰ ਨੂੰ ਸਮਝ ਆਈ, ਉੱਥੇ ਵੀ ਸਤਿਯੁਗ ਵਾਪਰਿਆ। ਆ ਜਿਹੜੇ ਵੰਡੇ ਪਏ ਸਨ, ਅਸੀਂ ਸ਼ੀਂਬੇ, ਅਸੀਂ ਨਾਈ, ਅਸੀਂ ਜੱਟ, ਅਸੀਂ ਚਮਾਰ, ਅਸੀਂ ਘੁਮਿਆਰ। ਮਹਾਰਾਜ ਕਹਿੰਦੇ ਅਕਲ ਨੂੰ ਹੱਥ ਮਾਰੋ, ਰੱਬ ਨੇ ਤੇ ਬੰਦਾ ਬਣਾਇਆ ਸੀ, ਤੁਸੀਂ ਕੀ ਬਣ ਗਏ? ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਕੋਈ ਜਾਤ ਨਹੀਂ, ਤੇ ਕਬਰ 'ਚ ਪਏ ਮੁਰਦੇ ਦੀ ਵੀ ਕੋਈ ਜਾਤ ਨਹੀਂ। ਉਹਨਾਂ ਨੂੰ ਸਮਝ ਆ ਗਈ ਗਿਆਨ ਪੜ੍ਹ ਕੇ। ਹੁਣ ਇੱਥੇ ਕਿਸੇ ਨੇ ਕੋਈ ਟੀਕਾ ਥੋੜਾ ਲਾਇਆ, ਨਾ ਕੋਈ ਗੋਲੀ ਦਿੱਤੀ, ਨਾ ਪੁੜੀ ਦਿੱਤੀ, ਨਾ ਜਲ ਧਾਰਾ ਦਿੱਤਾ, ਨਾ ਸਵਾਹ ਦੀ ਪੁੜੀ, ਨਾ ਕਿਸੇ ਨੂੰ ਮੌਲੀ ਬੰਨੀ, ਨਾ ਧਾਗਾ ਦਿੱਤਾ, ਨਾ ਤਵੀਤ ਦਿੱਤਾ। ਦਿੱਤਾ ਤਾਂ ਕੁਛ ਵੀ ਨਹੀਂ, ਅਕਲ ਦਿੱਤੀ। ਉਸ ਅਕਲ ਨੇ ਸਮਾਜਿਕ ਭਾਈਚਾਰਕ ਨੂੰ, ਸਾਂਝ ਨੂੰ ਮਜ਼ਬੂਤ ਕਰ ਦਿੱਤਾ। ਤੇ ਜਦੋਂ ਭਾਈਚਾਰ ਨੇੜੇ ਹੋਏ, ਜਿਹੜੇ ਖੋਹ ਕੇ ਖਾਂਦੇ ਸੀ ਵੰਡ ਕੇ ਛਕਣ ਲੱਗ ਗਏ, ਆਰਥਿਕਤਾ ਉੱਚੀ ਹੋ ਗਈ। ਜਿਹਦੇ ਕੋ 4 ਪੈਸੇ ਸੀ ਉਹ ਵੰਡਣ ਲੱਗ ਗਿਆ, ਜਿਹਦੇ ਕੋ ਹੈ ਨਹੀਂ ਸੀ ਉਹਨੂੰ ਮਿਲ ਗਏ, ਤੇ ਸਾਰਿਆਂ ਦੇ ਵਿੱਚੋਂ ਗਰੀਬੀ ਨਿਕਲ ਗਈ, ਵੰਡ ਕੇ ਖਾਣ ਵਾਲੇ ਹੋ ਗਏ।
ਇਸ ਗਿਆਨ ਗੁਰੂ ਨੇ ਜਿਹੜੇ ਰੁਲਦੇ ਫਿਰਦੇ ਸੀ, ਅੱਜ ਹਾਲਾਤ ਇੱਥੋਂ ਤੱਕ ਬਣ ਗਏ। ਬਾਣੀ ਤੇ ਬਾਣੇ ਦੇ ਕਾਰਨ ਅਬਦਾਲੀ ਪੁੱਛਦਾ, ਜ਼ਕਰੀਆ ਇਹ ਕੌਣ ਨੇ ਮੇਰਾ ਕਾਫਲਾ ਲੁੱਟਣ ਵਾਲੇ? ਤੇ ਜ਼ਕਰੀਆ ਕਹਿੰਦਾ, ਇਨਕਾ ਮੁਰਸ਼ਿਦ ਬਲੀ ਪਇਓ ਹੈ, ਇਨਕੋ ਆਬੇ ਹਯਾਤ ਦਿਓ। ਇਹਨਾਂ ਦੇ ਗੁਰੂ ਨੇ ਬਾਣੀ ਦਿੱਤੀ ਇਹਨਾਂ ਨੂੰ, ਤੇ ਬਾਣਾ ਦਿੱਤਾ, ਤੇ ਉਹਦੇ ਕਰਕੇ ਇਹ ਅੰਮ੍ਰਿਤ ਸਰੋਵਰ 'ਚ ਜਾਂਦੇ ਨੇ, ਇਸ਼ਨਾਨ ਕਰਦੇ ਨੇ, ਅੰਮ੍ਰਿਤ ਛਕਦੇ ਨੇ, ਬਾਣੀ ਪੜ੍ਹਦੇ ਨੇ। ਇਹ ਤੇ ਵੱਡੇ ਫੱਟੇ ਇਸ਼ਨਾਨ ਕਰਕੇ ਫਿਰ ਠੀਕ ਹੋ ਜਾਂਦੇ। ਉਹ ਲੜਦੇ ਨੇ, ਇਹਨਾਂ ਲੁੱਟਿਆ ਕਾਫਲਾ ਆਪਣਾ। ਤੇ ਜ਼ਕਰੀਆ ਹੁਣ ਹਾਲਾਤ ਕੀ ਨੇ ਪੰਜਾਬ ਦੇ? ਕਹਿੰਦਾ ਢਿੱਡੋਂ ਭੁੱਖੇ ਨੇ, ਪੈਰੋਂ ਨੰਗੇ ਨੇ, ਜੰਗਲਾਂ 'ਚ ਰਹਿੰਦੇ। ਸ਼ਹਿਰਾਂ 'ਚੋਂ ਤੇ ਮੈਂ ਕੁੱਟਮਾਰ ਕਰਕੇ ਕੱਢ ਦਿੱਤੇ ਨੇ, ਕੁਝ ਖਤਮ ਕਰ ਦਿੱਤੇ ਆ, ਫਿਕਰ ਨਾ ਕਰੋ, ਥੋੜੇ ਸਮੇਂ 'ਚ ਇਹਨਾਂ ਦਾ ਖਾਤਮਾ ਕਰ ਦਿਆਂ। ਅੱਛਾ, ਹੋਰ ਕੋਈ ਇਹਨਾਂ ਦੀ ਗੱਲ? ਕਹਿੰਦਾ ਇਹ ਭਰਾ ਭਰਾ ਤੇ ਮਰਦੇ ਇੱਕ ਦੂਜੇ ਤੇ, ਪਿਆਰ ਬੜਾ ਕਰਦੇ ਇੱਕ ਦੂਸਰੇ ਨੂੰ, ਆਪ ਭੁੱਖੇ ਰਹਿ ਕੇ ਵੰਡ ਕੇ ਖਾਂਦੇ, ਦੁਸ਼ਮਣ ਤੇ ਵਾਰ ਨਹੀਂ ਕਰਦੇ, ਭੱਜਦੇ ਦੇ, ਪਰ ਘਰ ਆਏ ਨੂੰ 51 ਪਾ ਕੇ ਮੋੜਦੇ ਆ ਕੱਤੀਆਂ ਦੇ। ਦੁਸ਼ਮਣ ਦੀ ਬੱਚੀ ਨੂੰ ਆਪਣੀ ਬੱਚੀ ਸਮਝਦੇ, ਪਰ ਫਿਕਰ ਨਾ ਕਰੋ, ਮੈਂ ਇਹਨਾਂ ਦਾ ਖਾਤਮਾ ਕਰਕੇ ਛੱਡਾਂਗਾ। ਅਬਦਾਲੀ ਕਹਿੰਦਾ ਤੇਰੀ ਅਕਲ ਟਿਕਾਣੇ ਹੈ, ਅਕਲ ਨੂੰ ਹੱਥ ਮਾਰ। ਜੋ ਤੂੰ ਦੱਸ ਰਿਹਾ ਨਾ, ਇਹ ਅਗਲੇ ਆਉਣ ਵਾਲੇ ਸਮੇਂ 'ਚ ਰਾਜੇ ਹੋਣਗੇ ਤੇ ਤੁਹਾਡਾ ਬੋਰੀਆ ਬਿਸਤਰਾ ਗੋਲ ਹੋਊ। ਜੋ ਤੂੰ ਕਹਿ ਰਿਹਾ, ਔਰ ਐਸਾ ਹੋਇਆ। ਸਿੱਖਾਂ ਨੇ ਉਸ ਸ਼ਬਦ ਦੀ ਤਸੀਰ ਤੇ ਬਾਣੀ ਦੀ ਬਾਣੇ ਦੀ ਤਾਕਤ ਨਾਲ ਆਪਣਾ ਰਾਜ ਕਾਇਮ ਕਰ ਦਿੱਤਾ। ਤੇ ਗੁਰਮੁਖੋ, ਜਿਸ ਸ਼ਬਦ ਨੇ ਸਾਨੂੰ ਰਾਜ ਤੱਕ ਲੈ ਆਂਦਾ, ਤੇ ਸਾਡੇ ਬਜ਼ੁਰਗਾਂ ਨੇ ਕੀ ਕੀਤਾ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸ਼ਬਦ ਦੀ ਵਿਆਖਿਆ, ਸ਼ਬਦ ਜਪਣ ਦੀ ਪ੍ਰੇਰਨਾ, ਸ਼ਬਦ ਦੀ ਮੰਗ ਹੈ, ਸ਼ਬਦੀ ਗੁਰੂ ਹੈ। ਕਿਉਂਕਿ ਜਦੋਂ ਕੁਝ ਵੀ ਨਹੀਂ ਸੀ, ਉਦੋਂ ਵੀ ਸ਼ਬਦ ਸੀ। ਜਿੱਦਣ ਕੱਖ ਨਹੀਂ ਬਚੇਗਾ, ਉਦਣ ਵੀ ਸ਼ਬਦੀ ਹੋਣਾ। ਜਿੱਦਣ ਮਾਂ ਦੇ ਪੇਟ ਵਿੱਚ ਪੁੱਠੇ ਲਮਕੇ ਸਾਂ, ਉਦਣ ਵੀ ਸ਼ਬਦ ਨੇ ਰੱਖਿਆ। ਜਿੱਦਣ ਮੜੀਆਂ 'ਚ ਚਾਰ ਫੂਕ ਕੇ ਚਾਰਾਂ ਨੇ ਵਾਪਸ ਆ ਜਾਣਾ, ਉਦੋਂ ਅੱਗੇ ਵੀ ਸ਼ਬਦੀ ਨਾਲ ਜਾਣਾ, ਕਿਸੇ ਨੇ ਨਾਲ ਨਹੀਂ ਜਾਣਾ। ਇਸ ਲਈ ਸਤਿਗੁਰ ਜੀ ਨੇ ਸਾਨੂੰ ਸ਼ਬਦ ਦਿੱਤਾ, ਤੇ ਨਾਲ ਇਸ ਕਰਕੇ ਵੀ ਦਿੱਤਾ, ਜੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਹੋਣ, ਗੁਰੂ ਅਰਜਨ ਸਾਹਿਬ ਦੇ, ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲੇ ਪੈਸੇ ਆ, ਉਹ ਤਾਂ ਕਿਰਾਇਆ ਖਰਚ ਕੇ ਹਰਿਮੰਦਰ ਸਾਹਿਬ ਮੇਰੇ ਦਰਸ਼ਨ ਕਰ ਜਾਣਗੇ, ਤੇ ਜਿਨ੍ਹਾਂ ਵਿਚਾਰਿਆਂ ਕੋ ਕਿਰਤ ਹੈ ਨਹੀਂ, ਲੋੜਵੰਦ ਸਿੱਖ ਨੇ, ਗਰੀਬ ਨੇ, ਉਹ ਖਰਚਾ ਕਰਕੇ ਆ ਹੀ ਨਹੀਂ ਸਕਦੇ, ਉਹਨਾਂ ਨੂੰ ਮੇਰੇ ਦੀਦਾਰ ਕਿਵੇਂ ਹੋਣਗੇ? ਉਹ ਗੁਰੂ ਤੱਕ ਕਿਵੇਂ ਜਾ ਸਕਦੇ? ਇਸ ਲਈ ਗੁਰੂ ਕਹਿੰਦਾ ਹੈ, ਮੈਂ ਸ਼ਬਦ ਸਰੂਪ ਹਾਂ, ਸਰੀਰ ਰੂਪ ਨਹੀਂ। ਮੈਂ ਸ਼ਬਦ ਬਣ ਕੇ ਸਿੱਖਾਂ ਦੇ ਰਾਹੀਂ ਉਸ ਸਿੱਖ ਦੇ ਘਰ ਤੱਕ ਚਲਿਆ ਜਾਵਾਂਗਾ। ਇਸ ਲਈ ਤੁਹਾਨੂੰ ਸ਼ਬਦ ਨਾਲ ਜੋੜਿਆ। ਸ਼ਬਦ ਪੜ੍ਹ ਕੇ ਗਿਆਨ, ਇੱਕ ਬੱਚੇ ਨੂੰ ਤੁਸੀਂ ਜਦੋਂ ਸਕੂਲ ਤੋਰਦੇ ਹੋ, ਉਹ ਕਹਿੰਦਾ ਮੈਨੂੰ ਅੱਡ ਕਮਰਾ ਦਿਓ, ਮੈਂ ਪੜ੍ਹਨਾ। ਉਹਨੂੰ ਹੀ ਭੋਰਾ ਕਹਿੰਦੇ, ਉਹਨੂੰ ਸਟੱਡੀ ਰੂਮ ਆਖਦੇ, ਉਹਨੂੰ ਇਕਾਂਤਵਾਸ ਆਖਦੇ। ਸ਼ਬਦ ਜਿਹੜੇ ਮਰਜ਼ੀ ਯੂਜ਼ ਕਰ ਲੋ, ਹੈ ਇੱਕੋ ਗੱਲ ਹੀ। ਜਿੱਥੇ ਮੈਂ ਬਹਿ ਕੇ ਚਿੰਤਨ ਕਰਨਾ, ਇੱਕ ਬੱਚੇ ਨੂੰ ਕਹਿੰਦੇ ਪੁੱਤਰ ਤੂੰ ਡਾਕਟਰ ਬਣ, ਤੋ ਕੋਈ ਕੌਮ ਦਾ ਮਹਾਨ ਵਿਦਵਾਨ ਬਣਨਾ ਹੈ, ਉਹਨੂੰ ਕਿਤਾਬਾਂ ਦਿਓਗੇ ਕਿ ਜਾਂ ਧਾਗੇ ਮੌਲੀਆਂ ਦਿਓਗੇ? ਉਹਨੂੰ ਜਲ ਧਾਰਾ ਸਵਾਦੀਆਂ ਪੁੜੀਆਂ ਦਿਓਗੇ ਜਾਂ ਨੂੰ ਸਤਿਗੁਰਾਂ ਦੀ ਬਾਣੀ ਦੀਆਂ ਪੋਥੀਆਂ ਦਿਓਗੇ ਪੜ੍ਹਨ ਵਾਸਤੇ? ਉਹਨੂੰ ਭੰਗੜਾ ਪਾਉਣ ਲਾਓਗੇ ਕਿਸੇ ਲੱਚਰ ਕਲਾਕਾਰ ਗੀਤ ਤੇ, ਕਿ ਉਹਦੀ ਸਮਾਧੀ ਲਵਾਓਗੇ? ਜਿਸ ਬੱਚੇ ਨੇ ਪੇਪਰ ਦੇਣਾ ਹੈ, ਉਹਨੂੰ ਭੰਗੜਾ ਪਾਉਣ ਲਾਉਨੇ ਵੀ ਭੰਗੜਾ ਪਾ, ਸਵੇਰੇ ਤੇਰਾ ਪੇਪਰ ਹੈ। ਆਪਣੀ ਕੌਮ ਨੂੰ ਕਿੱਧਰ ਤੋਰਦੇ ਪਏ ਆਪਾਂ? ਗੁਰੂ ਨੇ ਸ਼ਬਦ ਨਾਲ ਜੋੜਿਆ, ਇਸ ਕਰਕੇ ਕਿ ਤੂੰ ਹਰ ਪੱਖ ਤੋਂ ਚਿੰਤਾਵਾਂ ਦਾ ਖਾਤਮਾ ਕਰ ਸਕੇ, ਤੈਨੂੰ ਚਿੰਤਾ ਕੋਈ ਨਾ ਹੋਵੇ। ਚਿੰਤਾ ਤੈਨੂੰ ਇੱਕੋ ਹੀ ਹੋਵੇ, ਮੈਂ ਲੋਕਾਂ ਦਾ ਭਲਾ ਮੰਗਣਾ ਸਵੇਰੇ ਉੱਠ ਕੇ, ਨਾਨਕ ਨਾਮ ਚੜ੍ਹਦੀ ਕਲਾ। ਇੱਕੋ ਹੀ ਚਿੰਤਾ ਹੋਵੇ, ਮੈਂ ਪਹਿਰਾ ਦੇਣਾ ਹੈ, ਮਾਨਸ ਕੀ ਜਾਤ ਸਭੈ। ਇੱਕੋ ਹੀ ਚਿੰਤਾ ਹੋਵੇ, ਘਾਲ ਖਾਏ ਕਿਛ ਹੱਥੋਂ ਦੇ, ਮੇਰੇ ਸਾਹਮਣੇ ਕੋਈ ਭੁੱਖਾ ਨਾ ਬੈਠਾ ਹੋਵੇ, ਵੰਡ ਕੇ ਛਕਾਂ। ਇਹੀ ਤੇਰੀ ਚਿੰਤਾ ਹੋਣੀ ਚਾਹੀਦੀ ਹੈ। ਚਿੰਤਨ ਬਣ ਜਾਏ, ਕਿਉਂਕਿ ਚਿੰਤਾ ਚਿਖਾ ਚ ਲੈ ਜਾਂਦੀ ਹੈ, ਚਿੰਤਨ ਪ੍ਰਮਾਤਮਾ ਤੱਕ ਲੈ ਜਾਂਦਾ ਹੈ। ਗੁਰੂ ਨੇ ਸਾਨੂੰ ਚਿੰਤਨ ਦਿੱਤਾ,
ਉਸ ਸ਼ਬਦ ਨੇ ਉਸੇ ਨੂੰ ਹੀ ਪ੍ਰਕਾਸ਼ ਕੀਤਾ ਗਿਆ। ਹਰਮੰਦਰ ਦੇ ਅੰਦਰ 10 ਗੁਰੂ ਸਾਹਿਬਾਨ ਪਰਿਕਰਮਾ ਕਰਦੇ ਨੇ। 10ਵੇਂ ਜਾਮੇ ਚ ਗੁਰਤਾ ਗੱਦੀ ਦੇ ਦਿੱਤੀ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਹੁਕਮ ਹੈ ਗੁਰੂ ਦਾ। ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ, ਸਾਕਾ ਨਨਕਾਣਾ ਸਾਹਿਬ, ਆ ਜਿਹੜਾ ਵਿਸਲਾ ਸਮਾਂ ਹੈ ਨਾ, ਸਿੱਖ ਨੇ ਘੋੜਿਆਂ ਦੀਆਂ ਕਾਠੀਆਂ ਤੇ ਵੀ ਰਾਤਾਂ ਕੱਟੀਆਂ, ਭੁੱਖੇ ਰਹਿ ਰਹਿ ਕੇ। ਸਿੱਖ ਰਾਜ ਭਾਗ ਤੇ ਵੀ ਬੈਠਾ, ਪਰ ਬਾਣੀ ਨਹੀਂ ਵਿਸਰੀ। ਆ ਨਿਹੰਗ ਸਿੰਘਾਂ ਨੂੰ ਅੱਜ ਵੀ ਵੇਖੋ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਭੰਗ ਦੇ ਆਦੀ ਹੋ ਗਏ ਨੇ। ਅੱਜ ਵੀ ਉਹ ਨਿਹੰਗ ਸਿੰਘ ਨਾਮ ਰਸੀਏ ਸੱਜੇ ਬੰਨੇ ਖਜ਼ਾਨਾ ਰੱਖਦੇ ਨੇ, ਗਿਆਨ ਪੋਥੀਆਂ ਜਾਂ ਬਹੁਤ ਸਾਰੇ ਝਟਕੇ ਚ ਗਵਾਚ ਗਏ ਨੇ। ਤੇ ਪਿਛਲੇ ਦਿਨ ਇੱਕ ਸਿੰਘ ਮੈਨੂੰ ਮਿਲਿਆ, ਜੀ ਅੱਜ ਅਸੀਂ ਇੰਨੇ ਹਜ਼ਾਰ ਝਟਕਾ ਕਰਨਾ। ਮੈਂ ਕਿਹਾ ਮੱਤ ਮਾਰੀ ਗਈ ਸਾਡੀ ਕੌਮ ਦੀ। ਕਿਉਂ ਭਾਈ ਸਾਹਿਬ? ਮੈਂ ਕਿਹਾ ਜਿੰਨੇ ਝਟਕੇ ਕਰਨੇ, ਜੇ ਕਿਤੇ ਇੰਨੇ ਬੱਚਿਆਂ ਨੂੰ ਤੁਸੀਂ ਅੱਜ ਕਿਤਾਬਾਂ ਲੈ ਕੇ ਦਿੱਤੀਆਂ ਹੁੰਦੀਆਂ, ਉਹ IPS ਅਫਸਰ ਹੁੰਦੇ। ਜਿੰਨਾ ਝਟਕਿਆਂ ਤੇ ਤੁਸੀਂ ਪੈਸਾ ਬਰਬਾਦ ਕਰਨਾ ਅੱਜ ਦੀਵਾਲੀ ਤੇ ਲੋਹੜੀ ਤੇ, ਜੇ ਕਿਤੇ ਇਹ ਪੈਸਾ ਕੌਮ ਤੇ ਲਾਇਆ ਹੁੰਦਾ, ਅੱਜ ਤੁਹਾਡੇ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਨਾ ਭੱਜਦੇ। ਅੱਜ ਭੰਗੜਾ ਤੇ ਤੁਸੀਂ ਸਿਖਾ ਲਿਆ, ਤੁਹਾਡੇ ਪੁਲਿਸ ਅਫਸਰ ਕਿੰਨੇ ਕੁ ਭਰਤੀ ਹੋਏ ਦੱਸਿਓ ਜਰਾ। ਕਿੰਨੇ ਕੁ ਇੰਜੀਨੀਅਰ ਬਣ ਗਏ, ਕਿੰਨੇ ਕੁ ਵਕਾਲਤ ਕਰ ਗਏ, ਕਿੰਨੇ ਕੁ ਪਟਵਾਰੀ ਤਹਿਸੀਲਦਾਰ ਬਣਾਤੇ। ਆ ਜਿਹੜੇ ਪੁਰਾਣੇ ਚਲੇ ਆਉਂਦੇ ਸੀ ਉਹੀ ਨੇ, ਗਾ ਨਵੀਂ ਭਰਤੀ ਤੇ ਸਾਰੀ ਬਾਹਰਲੇ ਸੂਬਿਆਂ ਤੋਂ ਆਉਂਦੀ ਪਈ। ਪੰਜਾਬ ਜਾ ਤੇ ਬੋਰੀਆ ਬਿਸਤਰਾ ਗੋਲ ਕਰੀ ਫਿਰਦੇ ਅਸੀਂ। ਅਸੀਂ ਸ਼ਬਦ ਤੋਂ ਟੁੱਟੇ ਤੇ ਸਾਡੇ ਘਰਾਂ 'ਚ ਬਾਬੇ ਵੜ ਗਏ ਹੋਰ ਨਕਲੀ। ਰੱਬ ਦੀ ਤਲਾਸ਼ ਵਿੱਚ ਜਿਵੇਂ ਬਾਕੀ ਪੱਥਰਾਂ ਨੂੰ ਪੂਜਦੇ ਸੀ, ਆਪਾਂ ਵੀ ਤੁਰ ਪਏ। ਤੇ ਕਦੇ ਸਾਨੂੰ ਬਾਬੇ ਨੇ ਸ਼ਬਦ ਦਿੱਤਾ, ਦੇਖ ਮੈਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਾਜ ਭਾਗ ਤੇ ਵੀ ਸ਼ਬਦ ਨਹੀਂ ਵਿਸਰਿਆ। ਉਹ ਸ਼ਬਦ ਸਾਡੀ ਝੋਲੀ ਚ ਪਾਇਆ। ਜੇ ਕਿਤੇ ਗੁਰਸੰਗਤ ਜੀ ਸਾਡੇ ਘਰ ਦੀ ਰਹਿਤ ਮਰਜ਼ਾਦਾ ਬਣੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤੁਹਾਡੀ ਹੈ। ਉਹ ਵੱਖਰੀ ਗੱਲ, ਅੱਜ ਫਕਰੇ ਕੌਮ ਦੇ ਟੇਟੇ ਚੜ ਗਈ ਤੇ ਫਕਰੇ ਕੌਮ ਨੇ ਬੇੜਾ ਗਰਕ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੱਖੀ ਸਿਧਾਂਤਾਂ ਦਾ, ਤਖਤ ਸਾਹਿਬਾਨਾਂ ਦੀ ਮਾਣ ਮਰਜ਼ਾਦਾ ਦਾ ਸਾਰੀ ਮਿੱਟੀ ਚ ਮਿਲਾ ਕੇ ਰੱਖਤੀ। ਫਕਰੇ ਕੌਮ ਨੇ ਇੱਥੋਂ ਤੱਕ ਸਤਿਆਨਾਸ਼ ਕੀਤਾ, ਜਿਸ ਗੁਰੂ ਨੂੰ ਪੜ੍ਹ ਕੇ ਸੁਣ ਕੇ ਸਿੱਖ ਅਬਦਾਲੀਆਂ ਨੂੰ ਨੱਥ ਪਾ ਲੈਂਦਾ ਸੀ, ਉਹ ਸਿੱਖ ਦੀ ਮਾਨਸਿਕਤਾ ਆਟਾ ਦਾਲ ਸਕੀਮ ਤੇ ਲਿਆ ਕੇ ਖੜੀ ਕਰੀ। ਜਿਹੜਾ ਸਿੱਖ ਕਹਿੰਦਾ ਸੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਹ ਆਪਣੇ ਭਰਾਵਾਂ ਨਾਲ ਲੜੀ ਤੁਰਿਆ ਜਾਂਦਾ, ਆਰਥਿਕ ਪੱਖ ਤੋਂ ਕਮਜ਼ੋਰ ਹੋਇਆ ਫਿਰਦਾ। ਜੇ ਕਿਸੇ ਮੰਤਰੀ ਦਾ ਕੁੱਤਾ ਗਵਾਚ ਜੇ ਨਾ ਤੇ ਪੁਲਿਸ ਹਲਕੀ ਹੋਈ ਫਿਰਦੀ, 24 ਘੰਟਿਆਂ ਚ ਕੁੱਤਾ ਲੱਭ ਲਿਆਉਂਦੇ। ਆ ਫਕਰੇ ਕੌਮ ਦੀਆਂ ਮਿਹਰਬਾਨੀਆਂ ਨੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਲੱਭਣ ਦਿੱਤੇ। ਇੱਕ ਬਰਗਾੜੀ ਵਾਲਾ, ਇੱਕ ਬਾਬੇ ਗੁਰਦਿੱਤੇ ਜੀ ਆ, ਨਾ ਦੋਸ਼ੀ ਫੜਨ ਦਿੱਤੇ ਨੇ, ਗੋਲਕਾਂ ਦੀ ਲੁੱਟ ਵੀ ਜਾਰੀ। ਇਹ ਸਾਰਾ ਕੁਝ ਵਾਪਰਿਆ। ਨੌਜਵਾਨੀ ਇਆਸ਼ਪੁਣੇ ਚ ਵੜ ਦਿੱਤੀ, ਨਸ਼ੇੜੀ ਬਣਾਤੇ ਨੇ। ਹੁਣ ਤੱਕ ਜਿੰਨੇ ਆਏ, ਇਹਨਾਂ ਵੱਧ ਤੋਂ ਵੱਧ ਸਾਨੂੰ ਗਲਤ ਪਾਸੇ ਤੋਰਿਆ। ਇਸ ਲਈ ਬੇਨਤੀ ਕਰਦੇ, ਤੁਹਾਡਾ ਗੁਰੂ, ਤੁਹਾਡਾ ਪੰਥ, ਤੁਹਾਡੇ ਗੁਰਸਿੱਖ ਇਹ ਪਹਿਰਾ ਦਿੰਦੇ ਨੇ ਵੀ ਆਓ ਗੁਰਸਿੱਖੋ, ਮੱਛੀ ਦੀ ਮੌਤ ਪਾਣੀ ਤੋਂ ਬਿਨਾਂ ਹੈ, ਸਿੱਖ ਦੀ ਮੌਤ ਬਾਣੀ ਤੋਂ ਬਿਨਾਂ ਹੈ। ਬਾਣੀ ਤੋਂ ਦੂਰ ਨਾ ਜਾਇਓ, ਤੁਹਾਡੀ ਰਹਿਤ ਮਰਜ਼ਾਦਾ ਚ ਲਿਖਿਆ ਹੋਇਆ। ਧੀ ਜੰਮੇ ਜਾਂ ਪੁੱਤਰ ਜੰਮਦੇ ਨੂੰ ਗੁਰਤੀ ਬਾਣੀ ਦੀ ਦਿਓ। ਤੇ ਅੱਜ ਜਨਮ ਦਿਨ ਤੇ ਕੀ ਹੁੰਦਾ, ਬਾਣੀ ਕਿੱਥੇ ਹੈ? ਪੂਤਾ ਮਾਤਾ ਕੀ ਅਸੀਸ ਕਹਿਣਾ ਹੋਵੇ ਤਾਂ ਸ਼ਬਦ ਨੂੰ, ਜ਼ੁਬਾਨ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ। ਪਰ ਜੇ ਕਿਤੇ ਹੈਪੀ ਬਰਥਡੇ ਟੂ ਯੂ ਕਹਿਣਾ ਹੋਵੇ ਤੇ ਤਾੜੀਆਂ ਮਾਰ ਮਾਰ ਸਾਰਾ ਟੱਬਰ ਰੱਖੀ ਜਾਂਦਾ, ਬੁੱਢੇ ਬੱਚੇ ਸਭ। ਦੇਗ ਲਿਆਉਣੀ ਤਾਂ ਭਾਰ ਲੱਗਦਾ ਹੈ, ਕੇਕ ਲਿਆਉਣੇ ਤਾਂ ਭੱਜ ਕੇ ਲਿਆਉਣੇ। ਸ੍ਰੀ ਸਾਹਿਬ ਚੰਗੀ ਨਹੀਂ ਲੱਗਦੀ, ਉਹ ਕਰਦ ਚੰਗੀ ਲੱਗਦੀ ਜਿਹੜੀ ਕੇਕ ਤੇ ਫੇਰਨੀ। ਜਨਮ ਦਿਨ ਵੀ ਕਿੱਥੇ ਚਲਿਆ ਗਿਆ ਤੁਹਾਡਾ? ਬਾਣੀ ਤੋਂ ਟੁੱਟੇ। ਆਨੰਦ ਕਾਰਜ ਦੀ ਗੱਲ ਆਈ, ਜਿਹੜਾ ਸਿੱਖ ਜਪਜੀ ਸਾਹਿਬ ਪੜ੍ਹ ਕੇ ਕਰਦਾ ਸੀ, ਅੱਜ ਬਾਹਮਣ ਤੋਂ ਪੁੱਛਣ ਚਲਿਆ ਗਿਆ। ਜਦੋਂ ਜਪਜੀ ਸਾਹਿਬ ਪੜ੍ਹ ਕੇ ਕਰਦਾ ਸੀ, ਉਦੋਂ 9 ਧੀ ਸੀ
ਸੱਸ ਮਾਂ ਸੀ, ਜਵਾਈ ਪੁੱਤਰ ਸੀ, ਕੁੜਮ ਸੇਵਕ ਸੀ ਤੇ ਸ਼ਰੀਕ ਭਰਾ ਸੀ। ਅੱਜ ਵੀ ਨੇ ਟਾਵੇਂ ਟਾਵੇਂ ਜਿਹੜੇ ਬਾਣੀ ਨਾਲ ਜੁੜੇ ਹੋਏ, ਇੱਕ ਦੂਜੇ 'ਚ ਸਮਾ ਜਾਂਦੇ ਸੀ। ਤਲਾਕ ਸਿੱਖਾਂ ਦੇ ਘਰ 'ਚ ਹੈ ਨਹੀਂ ਸੀ। ਅੱਜ ਜਦੋਂ ਦਾ ਬਾਹਮਣ ਨੂੰ ਪੁੱਛਣ ਲੱਗ ਗਈ, ਤਲਾਕ ਸਿੱਖਾਂ ਦੇ ਘਰ 'ਚ ਵੀ ਆ ਗਏ। ਲਾਵਾਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਲੈਂਦੇ ਨੇ, ਤਲਾਕ ਅਦਾਲਤ ਤੇ ਮੰਗਦੇ ਨੇ ਜਾ ਕੇ। ਇਹ ਬਿਮਾਰੀ ਕਿਉਂ ਆਈ? ਕਿਉਂਕਿ ਸਤਿਗੁਰਾਂ ਦੀ ਬਾਣੀ ਤੋਂ ਟੁੱਟ ਗਏ। ਇੱਕ ਬਾਹਮਣ ਤੇ ਭਰੋਸਾ ਹੈ, ਉਹ ਕਹਿ ਦਿੰਦਾ ਮੰਗਲੀਕ ਹੈ ਜੀ, ਪੱਤਰੀ ਮੇਲ ਦਿੰਦਾ ਹੈ। ਤੇ ਜਿੰਨੇ ਪੱਤਰੀ ਮੇਲੀ ਹੀ, ਪੱਤਰੀ ਮੇਲਣ ਤੋਂ ਬਾਅਦ ਜਿਹੜੇ ਪਰਿਵਾਰ ਅਲੱਗ ਹੋਏ ਨੇ, ਚਾਹੀਦਾ ਸੀ ਬਾਹਮਣ ਤੇ 420 ਦਾ ਪਰਚਾ ਕਰਾਉਂਦੇ ਕਿ ਤੂੰ ਤੇ ਕਿਹਾ ਸੀ ਪੱਤਰੀ ਮੇਲ ਦਿੱਤੀ, ਹੁਣ ਕੀ ਹੋਇਆ? ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਲੀ ਹੋਈ ਪੱਤਰੀ ਦੀਨ ਦੁਨੀਆ ਤੇ ਕੋਈ ਤੋੜ ਨਹੀਂ ਸਕਦਾ। ਇਹ ਤੋੜ ਨਿਭਣ ਵਾਲੀ। ਜੇ ਕਿਤੇ ਕੋਈ ਚੜ੍ਹਾਈ ਕੀਤਾ, ਸਾਡੇ ਘਰ ਚ ਉੱਥੇ ਵੀ ਕਹਿੰਦੇ ਮਤ ਮੈਂ ਪਿੱਛੇ ਕੋਈ ਰੋਵ ਸੀ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ, ਸਿੱਖੋ ਇੱਥੇ ਵੀ ਬਾਣੀ ਪੜਿਓ। ਪਰ ਉੱਥੇ ਵੀ ਸਾਡਾ ਭਰੋਸਾ ਬਾਣੀ ਤੇ ਘੱਟ ਹੈ, ਰਸਮੋ ਰਿਵਾਜ ਤੇ ਰਹਿ ਗਿਆ। ਹਰ ਬੰਦਾ ਰਸਮ ਸਮਝਦਾ। ਅਖੰਡ ਪਾਠ ਕਿੰਨੇ ਕੁ ਬੰਦੇ ਸੁਣਦੇ? ਰਹਿਤ ਮਰਜ਼ਾਦਾ ਚ ਤੇ ਲਿਖਿਆ ਹੋਇਆ ਹੈ ਵੀ ਜਦੋਂ ਬੰਦੇ ਦਾ ਸੰਸਕਾਰ ਕਰਕੇ ਗੁਰਦੁਆਰੇ ਆਉਣਾ ਨਾ, ਨਾਲ ਹੀ ਅਰਦਾਸ ਕਰ ਦਿਓ ਤੇ ਨਾਲ ਹੀ ਸਹਿਜ ਪਾਠ ਦੀ ਆਰੰਭਤਾ ਕਰ ਦਿਓ। 10 ਦਿਨ ਘਰ 'ਚ ਸਹਿਜ ਪਾਠ ਹੋਵੇ, 10ਵੇਂ ਦਿਨ ਭੋਗ ਪਾ ਦਿਓ। ਅਸੀਂ ਖੰਡ ਪਾਠ ਤੇ ਆਏ, ਖੰਡ ਪਾਠ ਤੋਂ ਬਹੁਤੇ ਸੁਖਮਨੀ ਸਾਹਿਬ ਤੇ ਆ ਗਏ। ਤੇ ਫਿਰ ਜਿੱਥੇ ਕੀਰਤਨ ਹੁੰਦਾ ਸੀ, ਉੱਥੇ ਭਾਈ ਜੀ ਨੂੰ ਬਿਸਤਰਾ ਮੰਜਾ ਦੇ ਕੇ ਕੰਮ ਸਾਰੀ ਤੁਰੇ ਜਾਂਦੇ ਵੀ ਉਸ ਬੰਦੇ ਨੂੰ ਉੱਥੇ ਮਿਲ ਜਾਣਾ। ਤੇ ਜੇ ਬੰਦਾ ਸ਼ੂਗਰ ਨਾ ਮਰਿਆ ਤੇ ਫਿਰ ਭਾਈ ਜੀ ਨੂੰ ਟੀਕੇ ਲਵਾ ਦਿਓ ਸ਼ੂਗਰ ਦੇ, ਉਹਦੀ ਸ਼ੂਗਰ ਥੱਲੇ ਕਰ ਲਈ ਜਿਹੜਾ ਗਿਆ। ਤੇ ਜੇ ਕੋਈ ਸ਼ਰਾਬ ਨਾ ਮਰ ਗਿਆ ਤੇ ਖਿਮਾ ਕਰਦਾ, ਜੇ ਲੋਕ ਸ਼ਰਾਬ ਵੀ ਦਿਆ ਕਰਨਗੇ ਵੀ ਉਹਨੂੰ ਉੱਥੇ ਮਿਲਦੀ। ਇਹ ਹਾਲਾਤ ਬਣਦੇ ਜਾਂਦੇ ਨੇ। ਇਹ ਕਿਉਂ ਬਣੇ? ਸਾਡੇ ਘਰਾਂ ਚੋਂ ਨਿਤਨੇਮ ਨਿਕਲ ਗਿਆ। ਆਪਾਂ ਜਿੰਨੇ ਬੈਠੇ ਆ, ਆਪਣੀ ਆਤਮਾ ਨੂੰ ਪੁੱਛਿਓ, ਘੱਟ ਤੋਂ ਘੱਟ 5 ਬਾਣੀਆਂ ਦਾ ਨਿਤਨੇਮ ਸਵੇਰ ਦਾ ਤੇ 2 ਤਕਾਲਾਂ ਦੀਆਂ, ਸੋਧਰ ਤੇ ਸੋਹਲਾ। ਕਿੰਨੇ ਕੁ ਬੰਦੇ ਬੈਠੇ ਜਿਹੜੇ ਆਪਾਂ ਨਿਤਨੇਮ ਪੂਰਾ ਕਰਦੇ ਰੋਜ਼? ਹੈ ਨਹੀਂ ਟਾਈਮ ਸਾਡੇ। ਇਹ ਸਾਡੀ ਕੰਗਾਲੀ ਦਾ ਕਾਰਨ ਹੈ, ਹੋਰ ਕੁਛ ਨਹੀਂ। ਇਸ ਲਈ ਆਓ ਆਪਣਾ ਧਾਰਮਿਕ ਪੱਖ ਮਜ਼ਬੂਤ ਕਰੋ। ਗੁਰੂ ਦੀ ਬਾਣੀ ਪੜ੍ਹ ਕੇ ਪਤਾ ਲੱਗ ਜਾਂਦਾ ਹੈ। ਕੋਈ ਪੀਰ ਬਾਹਰ ਨਹੀਂ ਬੈਠਾ ਹੋਇਆ, ਪਿਓ ਘਰੇ ਬੈਠਾ ਹੈ, ਪੂਜੋ ਉਹਨੂੰ। ਮਾਂ ਬੈਠੀ, ਉਹਦੀ ਸੇਵਾ ਕਰੋ। ਧੀ ਹੈ, ਭੈਣ ਹੈ, ਪਤਨੀ ਹੈ, ਭਰਾ ਨੇ, ਤੇਰੇ ਘਰ ਤੋਂ ਯਾਤਰਾ ਸ਼ੁਰੂ ਹੁੰਦੀ, ਕਰ ਇਸ ਨੂੰ। ਮਾਲਕ ਕਿਰਪਾ ਕਰੇ। ਆਓ ਸਤਿਗੁਰਾਂ ਦੀ ਬਾਣੀ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ। ਅੰਮ੍ਰਿਤ ਛਕੋ, ਸਿੰਘ ਸੱਜੋ, ਬਾਣੀ ਤੇ ਬਾਣੀ ਦੇ ਧਾਰਨੀ ਬਣੋ। ਅੱਜ ਜੇ 550 ਸਾਲ ਪਹਿਲਾਂ ਸ਼ਬਦ ਦੀ ਟੇਕ ਲੈ ਕੇ ਮਨੁੱਖ ਨੇ ਇਸ ਕਲਯੁਗ ਨੂੰ ਸਤਯੁਗ ਵਿੱਚ ਬਦਲ ਦਿੱਤਾ, ਕਿ ਆਪਾਂ ਨਹੀਂ ਬਦਲ ਸਕਦੇ? ਬਦਲ ਸਕਦੇ। ਲੋੜ ਹੈ ਸ਼ਬਦ ਦੇ ਨਾਲ ਆਪਣੇ ਆਪ ਨੂੰ ਤਬਦੀਲ ਕਰਨ ਦੀ। ਵਾਹਿਗੁਰੂ ਕਿਰਪਾ ਕਰੇ, ਸਤਿਗੁਰ ਸਾਨੂੰ ਸਮਰੱਥਾ ਦੇਵੇ, ਆਪਾਂ ਬਾਣੀ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ। ਔਰ ਉਹ ਇਹ ਦਾਤਾਂ ਸਾਨੂੰ ਗੁਰੂ ਘਰਾਂ ਚੋਂ ਮਿਲਦੀਆਂ ਨੇ। ਬੰਦੇ ਨੂੰ ਸਹੀ ਦਿਸ਼ਾ ਤੇ ਦਸ਼ਾ 'ਚ ਲਿਜਾਣ ਲਈ 3 ਚੀਜ਼ਾਂ ਦੀ ਲੋੜ ਹੁੰਦੀ। ਇੱਕ ਗਿਆਨ, ਇੱਕ ਪਲੇਟਫਾਰਮ, ਇੱਕ ਪੜਾਉਣ ਵਾਲਾ ਬੇਈਮਾਨ ਨਾ ਹੋਵੇ। ਤੇ ਸਾਡੇ ਘਰ 'ਚ 3 ਚੀਜ਼ਾਂ ਦਿੱਤੀਆਂ। ਪਵਿੱਤਰ ਗਿਆਨ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਵਿੱਤਰ ਮੁਕਾਮ ਗੁਰਦੁਆਰਾ, ਦਰਵਾਜ਼ੇ 4 ਨੇ। ਤੇ ਪਵਿੱਤਰ ਨਿਜ਼ਾਮ, ਜੇ ਕਿਤੇ ਪੜਾਉਣ ਵਾਲਾ, ਪੜ੍ਹ ਕੇ ਸੁਣਾਉਣ ਵਾਲਾ ਲਾਇਆ, ਉਹ ਬਾਬਾ ਬੁੱਢਾ ਸਾਹਿਬ ਜੀ ਵਰਗੀਆਂ ਰੂਹਾਂ ਲਿਆਂਦੀਆਂ ਨੇ, ਜਿਨੇ ਚੌਰ ਸਾਹਿਬ ਫੜ ਕੇ ਬਹਿਣਾ। ਭਾਈ ਮਨੀ ਸਿੰਘ, ਬਾਬੇ ਦੀਪ ਸਿੰਘ, ਸ਼ਹੀਦ ਭਾਈ ਲਛਮਣ ਸਿੰਘ ਵਰਗੇ ਗੁਰੂ ਘਰ ਦੇ ਵਾਰਸ ਬਣੇ। ਇਸ ਲਈ ਮੈਂ ਬੇਨਤੀ ਕਰਦਾ, ਗੁਰਸਿੱਖੋ ਆਓ। ਅੱਜ ਸਾਡੀਆਂ ਕਮੀਆਂ ਕਰਕੇ ਸਾਰਾ ਇਹ ਢਾਂਚਾ ਜਿਹੜਾ ਹੈ ਬਿਲਕੁਲ ਹੋਰ ਹੀ ਤਰ੍ਹਾਂ ਦਾ ਬਣ ਗਿਆ। ਤੇ ਜਦੋਂ ਮੈਂ ਬਹੁ ਗਿਣਤੀ ਵੇਖਦਾ ਹੈ ਨਾ, ਜੇ ਕਿਤੇ ਸਾਡੀ ਪ੍ਰਚਾਰਕ ਸ਼੍ਰੇਣੀ ਨੂੰ ਦੇਖੋ, ਅਸੀਂ ਉਹਨਾਂ ਦਾ ਸਤਿਕਾਰ ਬਿਲਕੁਲ ਘਟਾ ਦਿੱਤਾ, ਜਿਹਦੇ ਕਾਰਨ ਉਹ ਆਪਣਾ ਫਰਜ਼ ਛੱਡ ਗਏ। ਪ੍ਰਚਾਰਕ ਸ਼੍ਰੇਣੀ ਦੀ ਹਾਲਤ ਇਹ ਹੈ, ਕਹਿਣ ਨੂੰ ਗੁਰੂ ਕੇ ਵਜ਼ੀਰ ਨੇ,
ਪਰ ਤਨਖਾਹਾਂ ਉਹਨਾਂ ਦੀਆਂ ਮਾਲੀਆਂ ਵਾਲੀਆਂ ਨੇ। ਤੇ ਸਤਿਕਾਰ ਸ਼ੂਦਰਾਂ ਵਾਂਗੂ ਕਰਦੇ, ਜਿਵੇਂ ਬਾਹਮਣ ਸ਼ੂਦਰ ਨਾ ਕਰਦਾ ਸੀ, ਆਪਾਂ ਆਪਣੇ ਗਿਆਨੀਆਂ ਨਾ ਕਰਦੇ। ਗਾਉਣ ਵਾਲੀ ਦੇ ਉੱਤੋਂ ਦੀ ਪੈਸੇ ਵਾਰਦੇ ਨੇ, ਤੇ ਜੇ ਕਿਤੇ ਗੁਰੂ ਘਰ ਆ ਕੇ ਭਾਈ ਜੀ ਨੂੰ ਦੇਣੇ ਪੈਣ, ਭਾਈ ਜੀ ਕਿਤੇ ਭਰੀਆਂ ਬੰਨਦੇ ਪਏ, ਇਹਨਾਂ ਨੂੰ ਕਾਹਦੇ ਦੇਣੇ? ਇਹ ਸਾਡੀ ਹਾਲਤ ਹੈ। ਤੇ ਜਦੋਂ ਤੁਸੀਂ ਆਪਣੇ ਬਾਬੇ ਭਾਈ ਰੋਲ ਛੱਡੇ ਨੇ, ਉਹ ਹੁਣ ਆਪਣੇ ਨਿਆਣੇ ਸੰਭਾਲਣਗੇ ਕਿ ਤੁਹਾਡਿਆਂ ਨੂੰ ਪੜਾਉਣਗੇ? ਉਹਦੇ ਕੋਲ ਤੇ ਟਾਈਮ ਹੀ ਹੈ ਨਹੀਂ। ਉਹ ਸਵੇਰੇ ਪ੍ਰਕਾਸ਼ ਕਰਕੇ ਵਿਚਾਰਾ ਜਾਂਦਾ ਹੈ, ਸ਼ਾਮ ਨੂੰ ਸੁਖਾਸਨ ਦਾ ਟਾਈਮ ਹੁੰਦਾ, ਦਿਨੇ ਆਪਣਾ ਹੋਰ ਕੁਝ ਕਰਦਾ, ਘਰ ਦਾ ਗੁਜ਼ਾਰਾ ਕਰਦਾ। ਚਾਹੀਦਾ ਸੀ ਆਪਣੀ ਪ੍ਰਚਾਰਕ ਸ਼੍ਰੇਣੀ ਨੂੰ ਜਿਹੜਾ ਪੈਸਾ ਗਾਉਣ ਵਾਲੀਆਂ ਤੇ ਬੇੜਾ ਗਰਕ ਕੀਤਾ, ਆ ਨਿਆਣੇ ਨਾਚੇ ਬਣਾ ਲਏ ਤੁਸੀਂ। ਨਾਚੇ ਬਣ ਗਏ ਨੇ, ਯੋਧਿਆਂ ਦੇ ਪੁੱਤ। ਤੇ ਅੱਜ ਇਹਨਾਂ ਬੱਚਿਆਂ ਨੂੰ ਕਦੇ ਚਿੰਤਨ ਗਿਆਨੀ ਜੀ ਨੇ ਕਰਾਉਣਾ ਸੀ ਗੁਰਦੁਆਰੇ 'ਚ। ਬੱਚਿਓ ਆਓ ਤੁਹਾਨੂੰ ਸੰਥਿਆ ਕਰਾਵਾਂ, ਇਤਿਹਾਸ ਸੁਣਾਵਾਂ, ਗੱਤਕਾ ਸਿਖਾਵਾਂ। ਕੁੱਟ ਨਹੀਂ ਖਾ ਕੇ ਆਓਗੇ, ਭੰਗੜਾ ਸਿੱਖ ਕੇ ਰੋਜ਼ ਕੁੱਟ ਖਾਓਗੇ। ਆ ਖਾਂਦੇ ਪਏ ਨੇ। ਫਿਰ ਮੂਵੀਆਂ ਬਣਾ ਕੇ ਦੱਸਦੇ ਜੀ ਮੈਨੂੰ ਆ ਕੁੱਟਿਆ ਇਹਨਾਂ ਬੰਦਿਆਂ ਨੇ। ਪਰ ਜੇ ਤੂੰ ਸ਼ਸਤਰ ਧਾਰੀ ਹੋਨੋ, ਸਵਾਲ ਹੀ ਪੈਦਾ ਨਹੀਂ ਹੁੰਦਾ ਤੇਰੇ ਲਾਗੇ ਕੋ 10 ਵੀ ਨੇੜੇ ਫਟਕਦਾ। ਇਹ ਹਾਲਾਤ ਆਪਾਂ ਬਣਾਏ ਨੇ, ਆਓ ਇਹਨੂੰ ਬਦਲੀਏ। ਇਸ ਕਰਕੇ ਗੁਰਤਾ ਗੱਦੀ ਦਿਵਸ ਮਨਾ ਰਹੇ ਆ। ਹੋਰ ਕੋਈ ਮਨੋਰੰਜਨ ਨਹੀਂ ਵੀ ਮੇਰੇ 4 ਪੈਸੇ ਬਣ ਜਾਣੇ ਨੇ, ਤੁਹਾਡਾ ਮਨੋਰੰਜਨ ਹੋ ਜਾਣਾ। ਪ੍ਰਚਾਰਕ ਸ਼੍ਰੇਣੀ ਦੀ ਅਸੀਂ ਸੰਭਾਲ ਨਹੀਂ ਕੀਤੀ, ਜਿਹਦੇ ਕਰਕੇ ਅੱਜ ਸਾਡੀ ਸੁਤੰਤਰਤਾ ਜਾਂਦੀ ਰਹੀ। ਕਥਾ ਕੀਰਤਨ ਸਾਡੀ ਰੋਜੀ ਰੋਟੀ ਤੱਕ ਸਿਮਟ ਕੇ ਰਹਿ ਗਿਆ। ਕਦੇ ਰੂਹਾਨੀਅਤ ਸੀ, ਇਸ ਕੀਰਤਨ ਨੇ ਬਾਬਰ ਬਦਲ ਛੱਡੇ। ਇਸ ਕੀਰਤਨ ਨੇ ਠੱਗ ਬਦਲ ਕੇ ਸੱਜਣ ਬਣਾਤੇ। ਪਰ ਹੈਰਾਨ ਅੱਜ ਕੀਰਤਨ ਕਰਨ ਵਾਲੇ ਤੇ ਸੁਣਨ ਵਾਲੇ ਬਹੁ ਗਿਣਤੀ ਨਹੀਂ ਬਦਲ ਰਹੇ। ਕਾਰਨ ਅਸੀਂ ਆਪਣੇ ਨੂੰ ਆਪ ਨੂੰ ਪਛਾਣਿਆ ਨਹੀਂ। ਆਓ ਆਪਣਾ ਭਰੋਸਾ ਬਹਾਲ ਕਰੀਏ ਤੇ ਗੁਰੂ ਤੇ ਵੀ ਭਰੋਸਾ ਰੱਖੀਏ। ਗੁਰੂ ਦੇ ਹੁਕਮ ਤੋਂ ਕਦੇ ਇਨਕਾਰੀ ਨਾ ਹੋਇਓ। ਗੁਰਦੁਆਰਾ ਉਹਨੂੰ ਕਹਿੰਦੇ ਨੇ ਜਿੱਥੇ ਬਾਹਰ ਨਿਸ਼ਾਨ ਸਾਹਿਬ ਤੇ ਅੰਦਰ ਪ੍ਰਕਾਸ਼ ਹੋਵੇ। ਸਿੱਖ ਵੀ ਉਹਨੂੰ ਕਹਿੰਦੇ ਨੇ ਜਿਹਦੇ ਬਾਹਰ 5 ਕਕਾਰ ਹੋਣ ਤੇ ਅੰਦਰ 5 ਬਾਣੀਆਂ ਹੋਣ। ਆਓ ਆਪਣੇ ਸਰੀਰਾਂ ਨੂੰ ਗੁਰੂ ਦਾ ਘਰ ਬਣਾਈਏ। ਤੁਹਾਨੂੰ ਕੋਈ ਰੱਬ ਲੱਭਣ ਦੀ ਲੋੜ ਨਹੀਂ, ਕੋਈ ਬਾਬੇ ਲੱਭਣ ਦੀ ਲੋੜ ਨਹੀਂ। ਤੁਸੀਂ ਖੁਦ ਬਾਬੇ ਤੇ ਖੁਦ ਰੱਬ ਵਰਗੇ ਹੋਵੋਗੇ। ਕੁਝ ਵਿਦਵਾਨ ਕਹਿੰਦੇ ਨੇ ਦੁਨੀਆ ਦੇ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਨੇ। ਕੁਝ ਵਿਦਵਾਨ ਇਹ ਆਖਦੇ ਨੇ ਦੁਨੀਆ ਦੇ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਰੱਬ ਦੀਆਂ ਗੱਲਾਂ ਕਰਦੇ ਨੇ। ਤੇ ਕੁਝ ਵਿਦਵਾਨ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬ ਨਾਲ ਗੱਲਾਂ ਕਰਦੀ ਹੈ। ਪਰ ਮੇਰਾ ਮਨ ਪਤਾ ਕੀ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਣਾ ਹੀ ਰੱਬ ਦਿੰਦੀ ਹੈ। ਉਹ ਖੁਦ ਪ੍ਰਮਾਤਮਾ ਰੂਪ ਹੋ ਜਾਂਦਾ ਹੈ, ਬਾਣੀ 'ਚ ਹੀ ਸਮਾ ਜਾਂਦਾ ਹੈ, ਸ਼ਬਦ ਵਿੱਚ ਹੀ ਸਮਾ ਜਾਂਦਾ ਹੈ। ਸੋ ਗੁਰੂ ਕਿਰਪਾ ਕਰੇ, ਆਓ ਸਤਿਗੁਰਾਂ ਦੀ ਬਾਣੀ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਖੁਦ ਪਰਮਾਤਮਾ ਵਰਗੇ ਹੋ ਜਾਈਏ। ਸਾਨੂੰ ਕਿਸੇ ਦੀ ਜ਼ਿੰਦਗੀ 'ਚ ਅਧੀਨਤਾਈ ਮੁਥਾਜੀ ਨਾ ਹੋਵੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ਕਿਲ, ਤੁਧ ਸਭ ਕੁਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ, ਜਦੋਂ ਦੀ ਸ਼ਬਦ ਦੀ ਤਸੀਰ ਹਿਰਦੇ 'ਚ ਵਸੀ ਹੈ, ਆ ਜ਼ਿੰਦਗੀ ਬਦਲ ਗਈ। ਆਓ ਗੁਰਤਾ ਗੱਦੀ ਦਿਵਸ ਮਨਾ ਰਹੇ ਹੋ, ਪਰ ਮੈਂ ਵਧਾਈ ਨਹੀਂ ਦੇਣੀ। ਪੁੱਛੋ ਕਿਉਂ? ਵਧਾਈ ਤਿਆਂ ਦਾਂਗਾ ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਫੜ ਲਵਾਂਗਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰ ਲਵਾਂਗੇ, ਤੇ ਗੁਰੂ ਦੀ ਗੋਲਕ ਦੀ ਲੁੱਟ ਬੰਦ ਕਰ ਦਿਆਂਗੇ ਜਿਹੜੀ ਰੈਲੀਆਂ 'ਚ ਜਾਂਦੀ ਪਈ। ਤੇ ਧਾਰਮਿਕ ਸਥਾਨਾਂ ਤੇ ਬੈਠੇ ਹੋਏ ਕਠਪੁਤਲੀ ਜਥੇਦਾਰ ਅਕਾਲੀ ਫੂਲਾ ਸਿੰਘ ਲੈ ਆਓਗੇ ਤੇ ਇਹਨਾਂ ਨੂੰ ਕੱਢ ਦਿਓਗੇ। ਜਦੋਂ ਉਦਣ ਵਧਾਈ ਦਿਆਂਗਾ। ਅੱਜ ਤੇ ਹਾਲ ਤੋ ਹੈ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਅੱਜ ਤੇ ਹਾਲ ਤੋ ਹੈ। ਔਰ ਉਹਦੇ ਲਈ ਤੁਹਾਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਰਾਹੀਂ ਗੁਰਦੁਆਰਾ ਸਿਸਟਮ ਦਾ ਹਿੱਸਾ ਬਣਨਾ ਪੈਣਾ। ਜਿਹੜੀ ਗੁਰਦੁਆਰੇ ਦੀ ਚੋਣ ਹੈ ਨਾ,
ਚਾਹੇ ਸ਼੍ਰੋਮਣੀ ਕਮੇਟੀ, ਚਾਹੇ ਦਿੱਲੀ ਕਮੇਟੀ, ਚਾਹੇ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰਦੁਆਰੇ ਦੀ ਚੋਣ ਸਿੱਖ ਤੇ ਲੜ ਸਕਦਾ ਹੈ, ਪਰ ਰਾਜਨੀਤਿਕ ਬੰਦਾ ਨਹੀਂ ਲੜ ਸਕਦਾ। ਪਰ ਤੁਹਾਡੇ ਤੇ ਰਾਜਸੀ ਟੱਬਰ ਲੜ ਰਿਹਾ, ਤੇ ਰਾਜਸੀ ਟੱਬਰ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੋਲ ਦਿੱਤੇ ਨੇ, ਸਿਧਾਂਤ ਕਤਲ ਕੀਤੇ ਨੇ, ਸਿੱਖ ਨੌਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਦਾ ਵਾਤਾਵਰਣ, ਪੰਜਾਬ ਦੀ ਜਿੰਨੀ ਸੰਸਕ੍ਰਿਤੀ ਨੂੰ ਖਤਰਾ ਪੈਦਾ ਕਰ ਦਿੱਤਾ, ਔਰ ਅੱਜ ਇੱਥੋਂ ਤੱਕ ਹਾਲਾਤ ਪੈਦਾ ਕਰ ਦਿੱਤੇ ਨੇ। ਪਹਿਲਾਂ ਗੁਰਦੁਆਰਾ ਗਿਆਨ ਗੋਦੜੀ ਮੰਦਿਰ ਬਣਾਇਆ, ਹੁਣ ਗੁਰਦੁਆਰਾ ਡਾਂਗ ਮਾਰ ਸਾਹਿਬ, ਜਿਹੜਾ ਚੀਨ ਦੇ ਵਿੱਚ, ਸਿੱਕਮ ਦੇ ਵਿੱਚ ਹੈ, ਉੱਥੇ ਦਾ ਇੱਕ ਐਸਡੀਐਮ ਮੋਹਰਾ ਬਣਾ ਕੇ ਆਰਐਸਐਸ ਦੇ, ਬੀਜੇਪੀ ਦੇ ਰਾਹੀਂ ਉਹ ਗੁਰਦੁਆਰੇ ਚੋਂ ਗੁਰੂ ਸਾਹਿਬ ਦੇ ਸਰੂਪ ਚੁੱਕ ਦਿੱਤੇ। 4 ਮਹੀਨੇ ਪਹਿਲਾਂ ਨਿਸ਼ਾਨ ਸਾਹਿਬ ਸੀ, ਹੁਣ ਉੱਥੇ ਹੋਰ ਝੰਡੇ ਲੱਗੇ ਹੋਏ ਨੇ। ਨਿਸ਼ਾਨ ਸਾਹਿਬ ਹੈ ਨਹੀਂ ਉੱਥੇ, ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਹਿਣ ਦਿੱਤਾ ਉਹਨਾਂ ਨੇ। ਕੁਸਕਿਆ ਕੋਈ? ਤੇ ਜਿਨ੍ਹਾਂ ਨੇ ਚੁਕਾਇਆ, ਉਹ ਦਿੱਲੀ ਵਿੱਚ ਕੱਲ ਪਰਸੋਂ ਉਹ ਪ੍ਰੋਗਰਾਮ ਰੱਖੀ ਬੈਠੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ, ਆਰਐਸਐਸ ਸੰਘੀ। ਉਹਨਾਂ ਸੰਘੀਆਂ ਤੇ ਕੋਈ ਕੁਸਕਿਆ ਨਹੀਂ, ਤੇ ਗੁਰੂ ਨੇ ਕਿਰਪਾ ਕੀਤੀ, ਸਿੱਖ ਸਦਭਾਵਨਾ ਦਲ ਨੇ ਉੱਥੇ ਮੋਰਚਾ ਲਾ ਦਿੱਤਾ। ਅਸੀਂ ਭਾਵੇਂ 5 ਜਾਈਏ ਤੇ ਭਾਵੇਂ 500 ਜਾਵਾਂਗੇ ਜ਼ਰੂਰ। ਤੇ ਤੁਹਾਡੇ ਵਰਗੀਆਂ ਸਿੱਖ ਸੰਗਤਾਂ ਨੇ ਜਦੋਂ ਪਿਆਰ ਦਿੱਤਾ ਨਾ, ਇਹਨਾਂ ਲੋਕਾਂ ਦੀ ਮਜਬੂਰੀ ਬਣ ਗਈ, ਅੰਦਰ ਖਾਤੇ ਤੇ ਲੰਗਰ ਵੀ ਭੇਜਿਆ, ਕਮਰੇ ਵੀ ਦਿੱਤੇ ਉਹਨਾਂ ਨੂੰ, ਇਹਨਾਂ ਨੇ ਬਾਹਰੋਂ ਬਿਆਨ ਦੇ ਦਿੱਤੇ, ਅਸੀਂ ਵਿਰੋਧ ਕਰਦੇ ਹਾਂ। ਤੇ ਜੇ ਤੁਸੀਂ ਵਾਕਈ ਸੱਚੇ ਹੋ ਤੇ ਆ ਫਕਰੇ ਕੌਮ ਤੋਂ ਲਓ ਫਕਰੇ ਕੌਮ ਵਾਪਸ, ਇਹ ਤਾਂ ਉਹਨਾਂ ਦਾ ਮੈਂਬਰ ਹੈ। ਪਰ ਇਹ ਗੱਲ ਕੌਣ ਕਹੂ? ਇਹ ਤੁਹਾਨੂੰ ਕਹਿਣੀ ਪੈਣੀ, ਬਾਣੀ ਪੜਨ ਵਾਲਿਆਂ ਨੂੰ। ਸਿੱਖ ਨੀਤੀ ਚ ਆਓ ਗੁਰਸਿੱਖੋ, ਤਾਂ ਕਿ ਗੁਰੂ ਘਰ ਚੋਂ ਰਾਜਨੀਤੀ ਬਾਹਰ ਕੀਤੀ ਜਾ ਸਕੇ। ਜਿੰਨਾ ਚਿਰ ਰਾਜਨੀਤਿਕ ਭ੍ਰਿਸ਼ਟ, ਸ਼ਰਾਬੀ, ਕਬਾਬੀ, ਸ਼ਬਾਬੀ, ਇਆਸ਼ੀ ਲੋਕ ਗੁਰਦੁਆਰਿਆਂ ਚੋਂ ਬਾਹਰ ਨਹੀਂ ਨਿਕਲਦੇ, ਉਹਨਾਂ ਚਿਰ ਤੁਸੀਂ ਸਿੱਖੀ ਦਾ ਮੈਸੇਜ ਨਹੀਂ ਦੇ ਸਕਦੇ। ਬਾਕੀ ਸਾਰੇ ਤਰੱਕੀ ਕਰ ਗਏ, ਆਪਾਂ ਪਿੱਛੇ ਨੂੰ ਆਏ, 100 ਸਾਲ ਪਿੱਛੇ ਚਲੇ ਗਏ। ਇਸ ਲਈ ਆਪਣੇ ਬੱਚਿਆਂ ਨੂੰ ਨੱਚਣ ਗਾਉਣ ਵਾਲਿਆਂ ਤੋਂ ਬਚਾਇਓ। ਇਹ ਤੁਹਾਡਾ ਸੱਭਿਆਚਾਰ ਨਹੀਂ ਹੈ, ਇਹਨੇ ਬੇੜਾ ਗਰਕ ਕਰ ਦਿੱਤਾ ਤੁਹਾਡੇ ਬੱਚਿਆਂ ਦਾ। ਜਿਹੜੀ ਮਮਤਾ ਦੀ ਮੂਰਤ ਸਾਡੀ ਧੀ ਹੈ, ਉਹਨੂੰ ਆਖੋਗੇ ਨੱਚ ਕੇ ਵਿਖਾ? ਇਹ ਤੇ ਬਸ਼ਰਮੀ ਦੀ ਹੱਦ ਹੈ। ਇਹ ਤੇ ਮੱਸਾ ਰੰਗੜ ਵੀ ਨਹੀਂ ਇੰਜ ਕਹਿੰਦਾ ਆਪਣੀਆਂ। ਅਸੀਂ ਤੇ ਲੋਕਾਂ ਦੀਆਂ ਗਨਕਾਂ ਨੂੰ ਦੇਵੀਆਂ ਬਣਾ ਦਿੱਤਾ, ਸਾਡੇ ਮਹਾਂਪੁਰਸ਼ਾਂ ਨੇ। ਗਨਕਾ ਪਾਪਣ ਹੋਏ ਕਿ ਪੜੋ ਭਾਈ ਗੁਰਦਾਸ ਜੀ। ਅੱਜ ਅਸੀਂ ਆਪਣਿਆਂ ਨੂੰ ਨਾਚੀ ਬਣਾਈ ਤੁਰੇ ਜਾਂਦੇ। ਇਸ ਲਈ ਇਸ ਪੈਸੇ ਨੂੰ ਸੇਵ ਕਰੋ, ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ, ਮੈਡੀਕਲ ਵਰਗੀਆਂ ਸਹੂਲਤਾਂ ਤੇ ਇੱਥੇ ਸਾਧਨ ਦੇਣ ਲਈ, ਤਾਂ ਕਿ ਬੱਚੇ ਆਪਣਾ ਭਵਿੱਖ ਸਵਾਰ ਲੈਣ ਤੇ ਨੌਜਵਾਨ ਰੁਲਣ ਤੋਂ ਬਚ ਜਾਣ। ਆ ਦੁਆਬੇ ਚ ਜਾਓ ਨਾ, ਅੱਜ ਵੀ ਬਜ਼ੁਰਗ ਰੋਂਦੇ ਨੇ। ਇੱਕੋ ਇੱਕ ਬੱਚਾ ਸੀ, ਮਜਬੂਰੀਆਂ ਨੇ ਬਾਹਰ ਕੱਢਤਾ, ਉਹ ਉੱਥੇ ਜਵਾਨੀ ਰੋਲ ਰਿਹਾ ਸੀ, ਇੱਥੇ ਬੁਢੇਪਾ ਰੋਲਦੇ ਪਏ। ਇਹ ਹਾਲਾਤ ਬਣੇ ਹੋਏ ਨੇ। ਇਸ ਲਈ ਤੁਹਾਡੇ ਸਾਰਿਆਂ ਦਾ ਫਰਜ਼ ਬਣਦਾ ਹੈ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਿੱਖ ਸਦਭਾਵਨਾ ਦਲ ਵੱਲੋਂ ਸ਼ੁਰੂ ਕੀਤੀ ਗਈ, ਉਹਦਾ ਹਿੱਸਾ ਬਣੋ। ਤੇ ਇੱਕ ਨੋਟ ਕਰਿਓ ਹੋਰ, 26 ਤਰੀਕ ਨਵੰਬਰ ਐਤਵਾਰ ਤਕਾਲਾਂ ਤੱਕ ਤੁਸੀਂ ਫਤਿਹਗੜ੍ਹ ਸਾਹਿਬ ਜਿਹੜੇ ਪਹੁੰਚ ਸਕਦੇ ਹੋ ਉਹ ਪਹੁੰਚਿਓ, ਕਿਉਂਕਿ 27 ਤਰੀਕ ਨੂੰ ਅਸੀਂ ਫਤਿਹਗੜ੍ਹ ਸਾਹਿਬ ਤੋਂ ਤੁਰਨਾ ਤੇ 27 ਰਾਤ ਨੂੰ ਦਿੱਲੀ ਪਹੁੰਚਣਾ। 28 ਨੂੰ ਸਵੇਰੇ ਦਿੱਲੀ ਦੇ ਵਿੱਚ ਜਾ ਕੇ ਅਸੀਂ ਇਹ ਸੁਨੇਹਾ ਦੇਣਾ ਹੈ ਵੀ ਗੁਰਦੁਆਰਾ ਡਾਂਗ ਮਾਰ ਸਾਹਿਬ ਦੀ ਬਹਾਲੀ ਕਰੋ। ਜੇ ਨਹੀਂ ਕੀਤੀ, ਤੁਸੀਂ ਗੁਰਦੁਆਰੇ ਖਤਮ ਕਰਨ ਤੇ ਲੱਗੇ ਹੋ, ਜਿੱਦਣ ਇਹ ਖਤਮ ਹੋ ਗਏ ਤੁਸੀਂ ਵੀ ਖਤਮ ਹੋ ਜਾਓਗੇ। ਇਹ ਦੱਸਣ ਜਾਣਾ ਹੈ ਅਸੀਂ। ਗੁਰਦੁਆਰਾ ਮਾਨਵਤਾ ਦਾ ਫਿਊਚਰ ਹੈ। ਅਸੀਂ ਕਿਸੇ ਦਾ ਨਾ ਮੰਦਿਰ ਢਾਉਣੇ, ਨਾ ਮਸੀਤ, ਤੇ ਨਾ ਹੀ ਕਿਸੇ ਨੂੰ ਗੁਰਦੁਆਰਾ ਢਾਉਣ ਦੀ ਇਜਾਜ਼ਤ ਦੇਣੇ। ਇਹ ਤੁਹਾਡਾ ਫਰਜ਼ ਬਣਦਾ ਹੈ। ਜਿਹੜੇ ਵੀਰ ਆ ਸਕਦੇ ਨੇ ਜ਼ਰੂਰ ਆਇਓ, ਤੇ ਜਿਨ੍ਹਾਂ ਦਾ ਮੇਰੇ ਨਾਲ ਮਿਲਾਪ ਨਾ ਹੋ ਸਕਿਆ, ਭਾਈ ਗੁਰਜਿੰਦਰ ਸਿੰਘ ਹੋਣੀ ਇੱਥੇ ਸੇਵਾਦਾਰ ਨੇ, ਮੈਂ ਭਾਈ ਸਾਹਿਬ ਨੂੰ ਕਹਾਂਗਾ ਕਿ ਉੱਠ ਕੇ ਫਤਿਹ ਬੁਲਾ ਦਿਓ। ਇਸ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ, ਇਸ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ। ਇਹ ਤੁਹਾਨੂੰ ਜਿਵੇਂ ਵੀ ਪ੍ਰੋਗਰਾਮ ਬਣਦਾ ਹੈ, ਕਿੱਥੋਂ ਗੱਡੀਆਂ ਜਾਣੀਆਂ ਤੇ ਕਿੱਥੇ ਜਾਣਾ ਹੈ, ਜੇ ਬਾਬਾ ਬੁੱਢਾ ਸਾਡਾ ਬਜ਼ੁਰਗ
ਗੁਰੂ ਦੇ ਲਈ ਗਵਾਲੀਅਰ ਦੇ ਕਿਲੇ ਤੱਕ ਜਾ ਸਕਦਾ ਹੈ ਤੇ ਤੁਸੀਂ ਦਿੱਲੀ ਤੱਕ ਨਹੀਂ ਜਾ ਸਕਦੇ? ਹੋਰ ਇੰਨੇ ਖਰਚ ਕਰਦੇ ਆ, ਕੀ ਹੋ ਚੱਲਿਆ? 2 ਦਿਨ ਕੱਢੋ। ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਜਿੰਨੇ ਟਾਈਮ ਕੱਢ ਸਕਦੇ ਹੋ, ਪਰ ਇੱਥੇ ਕੱਢ ਸਕਦੇ ਨਹੀਂ, ਕੱਢਿਓ, ਮੇਰੀ ਬੇਨਤੀ। ਪ੍ਰਚਾਰਕ ਵੀਰਾਂ ਨੂੰ ਵੀ ਬੇਨਤੀ ਕਰਦਾ, ਪ੍ਰਬੰਧਕ ਵੀਰਾਂ ਨੂੰ ਤੇ ਗੁਰੂ ਘਰ ਦੀ ਸਮੁੱਚੀ ਸੰਗਤ ਨੂੰ, ਆਓ ਜਿਹੜਾ ਗੁਰੂ ਮਾਨਵਤਾ ਦਾ ਫਿਊਚਰ ਹੈ, ਉਸ ਗੁਰੂ ਦੇ ਸੰਵਿਧਾਨ ਨੂੰ ਬਹਾਲ ਰੱਖੀਏ। ਆਖੋ ਸਤਨਾਮ। ਸੰਪੂਰਨਤਾ ਕਰਾਂ, ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਮੇਰਾ ਗਲਾ ਕੁਝ ਸਾਥ ਨਹੀਂ ਸੀ ਦੇ ਰਿਹਾ, ਉਹਦੇ ਬਾਵਜੂਦ ਵੀ ਮੈਂ ਤੁਹਾਡੇ ਦਰਸ਼ਨ ਕਰਨ ਦੀ ਇਹ ਚੇਸਤਾ ਪਾਲੀ ਵੀ ਚਲੋ ਜਿੰਨਾ ਕੁ ਹੋ ਸਕੂ ਮੈਂ ਕਰ ਲਵਾਂਗਾ, ਤੇ ਜਿਵੇਂ ਦਾ ਵੀ ਮੈਂ ਕੀਰਤਨ ਕੀਤਾ ਹੈ ਇਹ ਪ੍ਰਵਾਨ ਕਰਿਓ। ਫਿਰ ਕਿਧਰੇ ਸਮਾਂ ਮਿਲਿਆ ਤੁਹਾਡੇ ਸਨਮੁਖ ਹੋਵਾਂਗਾ। ਆਓ ਮੈਂ 2 ਮਿੰਟਾਂ 'ਚ ਸੰਪੂਰਨਤਾ ਕਰ ਦਿਆਂ। ਆਖੋ ਸਤਨਾਮ। ਵਾਹਿਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ, 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 ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਗੁਰਬਾਣੀ ਕਹੇ ਸੇਵਕ ਜਨ ਮਾਨ, ਪ੍ਰਤੱਖ ਗੁਰੂ ਨਿਸਤਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਨਿਸਤਾਰੇ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਬੇਅੰਤ ਭੁੱਲਾਂ ਦੀ ਖਿਮਾ। ਜੀ ਆਇਆਂ ਸਾਰਿਆਂ ਨੂੰ। ਸਤਿਗੁਰੂ ਕਿਰਪਾ ਕਰਨ ਦਰੋਂ ਕਰੋ, ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਬਖਸ਼ੇ, ਤੋੜ ਨਿਭਾ ਲੈਣ ਸਤਿਗੁਰੂ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੋ, ਤਾਂ ਕਿ ਅਸੀਂ ਖਾਲਸੇ ਦੀ ਰਹੋ ਰੀਤੀ ਬਹਾਲ ਰੱਖ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ